प्यारे बच्चों, लास्ट लैक्चर तक असी जड़ा है एवरेज स्पीड ते एवरेज वेलोसिटी बारे असी चंगे तरीके नाल जड़ा डिस्कस कर चुके हैं। नाउ देयर आर सम न्यूमेरिकल प्रॉब्लम्स ऑन एवरेज स्पीड एंड एवरेज वेलोसिटी। जो असी थ्योरी विच पढ़िया है ਉਹਨੂੰ ਅਸੀਂ ਹੁਣ numerical ਦੇ ਵਿੱਚ ਕਿਸ ਤਰ੍ਹਾਂ ਅਪਲਾਈ ਕਰਨਾ ਹੈ। How to solve numericals on average speed and average velocity. Today we are going to discuss few numericals on them. Now the first numerical is, ਸਭ ਨਾਲ ਪਹਿਲਾਂ ਤੇ ਅਸੀਂ ਇਹ ਇੱਕ ਸਟੇਟਮੈਂਟ ਲਿਖੀ ਹੈ। ਇਸ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਦੇਖ ਲਓ, ਬਾਅਦ ਵਿੱਚੋਂ ਮੈਂ ਜਿਹੜਾ ਨਾਲ ਰੱਬ ਕਰਕੇ ਤੈਨੂੰ ਆਪਾਂ ਨਾਲ ਸੋਲਵ ਕਰਾਂਗੇ। ਸਟੇਟਮੈਂਟ ਕੀ ਹੈ? ਅ ਮੈਨ ਵਾਕ ਔਨ a straight road from his home to a market 2.5 kilometer away with the speed of 5 kilometer per hour. ਇੱਕ ਬੰਦਾ ਹੈ, ਉਹ ਬਿਲਕੁਲ ਸਿੱਧੀ ਸੜਕ ਤੇ ਮੋਸ਼ਨ ਇਨ ਅ ਸਟ੍ਰੇਟ ਲਾਈਨ ਸਿੱਧੀ ਸੜਕ ਤੇ ਚਲਾ ਗਿਆ, ਆਪਣੇ ਘਰੋਂ ਮਾਰਕੀਟ ਗਿਆ ਤੇ ਮਾਰਕੀਟ ਜਿਹੜੀ ਹੈ ਕਿੰਨਾ ਦੂਰ ਹੈ? 2.5 ਕਿਲੋਮੀਟਰ ਤੇ ਕਿੰਨੀ ਸਪੀਡ ਦੇ ਨਾਲ ਹੋ ਗਿਆ? 5 ਕਿਲੋਮੀਟਰ ਪਰ ਆਰ। ਇਹਦਾ ਮਤਲਬ ਹੋਮ ਤੋਂ ਲੈ ਕੇ ਉਸ ਮੈਨ ਦੇ ਘਰੋਂ ਤੇ ਮਾਰਕੀਟ ਦੇ ਵਿੱਚ ਟੋਟਲ ਜਿਹੜਾ ਡਿਸਟੈਂਸ ਹੈ that is 2.5 ਕਿਲੋਮੀਟਰ। ਤੇ ਉਹ ਕਿੰਨੀ ਸਪੀਡ ਨਾਲ ਮਾਰਕੀਟ ਗਿਆ? ਉਹਦੀ ਸਪੀਡ ਦਿੱਤੀ ਹੋਈ ਹੈ ਸਾਨੂੰ 5 ਕਿਲੋਮੀਟਰ ਪਰ ਆਰ। ਉੱਥੇ ਜਾ ਕੇ ਦੇਖਿਆ ਉਹਨੇ ਮਾਰਕੀਟ ਕਲੋਜ਼, ਉਹਨੇ ਦੇਖਿਆ ਕਿ ਮਾਰਕੀਟ ਤੇ ਬੰਦ ਹੈ। ਹੀ ਇੰਸਟੈਂਟਲੀ ਇੱਕਦਮ ਜਿਹੜਾ ਹੈ ਟਰਨਸ, ਉਹ ਵਾਪਸ ਮੁੜਿਆ ਐਂਡ ਵਾਕ ਬੈਕ ਹੋਮ, ਉਹ ਆਪਣੇ ਘਰ ਆ ਗਿਆ। ਜਦੋਂ ਉਹ ਘਰ ਆਇਆ ਵਿਦ ਸਪੀਡ ਆਫ 7.5 ਕਿਲੋਮੀਟਰ ਪਰ ਆਰ। ਜਦੋਂ ਘਰੋਂ ਮਾਰਕੀਟ ਗਿਆ ਸੀ ਉਦੋਂ ਸਪੀਡ ਉਹਦੀ ਜਿਹੜੀ ਹੈ 5 ਕਿਲੋਮੀਟਰ ਪਰ ਆਰ ਹੈ, ਤੇ ਜਦੋਂ ਉਹ ਮਾਰਕੀਟ ਤੋਂ ਘਰ ਆਇਆ ਉਦੋਂ ਇਸ ਸਪੀਡ ਦੇ ਨਾਲ ਜਿਹੜਾ ਹੈ ਉਹ ਆਪਣੇ ਘਰ ਆ ਗਿਆ। ਪਰ ਜਾਂਦਿਆਂ ਡਿਸਟੈਂਸ 2.5 ਹੈ ਤੇ ਆਂਦਿਆਂ ਵੀ ਜਿਹੜਾ ਹੋਏਗਾ 2.5 ਕਿਲੋਮੀਟਰ ਹੀ ਹੋਏਗਾ, ਕਿਉਂਕਿ ਉਹ ਬਿਲਕੁਲ ਜਿਹੜਾ ਹੈ ਸਟ੍ਰੇਟ ਰੋਡ ਦੇ ਉੱਪਰ ਜਿਹੜਾ ਉਹ ਮੂਵ ਕਰ ਰਿਹਾ। ਨਾਓ what is the magnitude of average velocity? Average velocity ਦਾ magnitude ਨਿਕਾਲਣਾ ਹੈ ਤੇ average speed ਦਾ ਵੀ magnitude ਨਿਕਾਲਣਾ ਹੈ, ਬਟ ਇਹ ਸਾਡੇ ਕੋਲ 3 ਕੇਸਿਸ ਨੇ, ਇਹਦੇ ਉੱਤੇ ਆਪਾਂ ਡਿਸਕਸ ਕਰਨਾ ਹੈ। 0 ਤੋਂ ਲੈ ਕੇ 30 ਮਿੰਟ 30 ਮਿੰਟ ਤੱਕ, ਪਹਿਲੇ 30 ਮਿੰਟ ਤੱਕ ਜਿਹੜਾ ਹੈ ਉਹਦੀ ਐਵਰੇਜ ਵੈਲੋਸਿਟੀ ਤੇ ਐਵਰੇਜ ਸਪੀਡ ਨਿਕਾਲਣੀ ਹੈ। ਫਿਰ 0 to 50 ਮਿੰਟ ਤੱਕ ਨਿਕਾਲਾਂਗੇ। ਫਿਰ ਇੱਕ ਸਾਡੇ ਕੋਲ ਹੈਗਾ 0 to 40 ਮਿੰਟ। ਇਹਨਾਂ ਤਿੰਨੋਂ ਟਾਈਮ ਇੰਟਰਵਲ ਦੇ ਵਿੱਚ ਉਹਦੀ ਐਵਰੇਜ ਵੈਲੋਸਿਟੀ ਤੇ ਐਵਰੇਜ ਜਿਹੜੀ ਸਪੀਡ ਜਿਹੜੀ ਹੈ ਅਸੀਂ ਨਿਕਾਲਣੀ ਹੈ। ਨਾਓ ਆਓ ਇਸ ਨੂੰ ਜਿਹੜਾ ਹੈ ਅਸੀਂ ਸੋਲਵ ਕਰਦੇ ਹਾਂ। ਪਹਿਲਾਂ ਤੇ ਦੇਖਦੇ ਹਾਂ, ਇਸ ਨੂੰ ਇੱਕ ਡਾਇਗਰਾਮ ਦੇ ਰੂਪ ਵਿੱਚ ਬਣਾ ਦਿੰਦਾ ਮੈਂ ਤੁਹਾਨੂੰ। ਸਾਰੀ ਜੋ ਇਹ ਸਟੇਟਮੈਂਟ ਸੀ ਇਹਨੂੰ ਅਸੀਂ ਡਾਇਗਰਾਮ ਦੇ ਰੂਪ ਚ ਲਿਖ ਦਿੰਦੇ ਹਾਂ। ਮੰਨ ਲਓ ਕਿ ਆ ਹੋ ਗਈ ਮਾਰਕੀਟ, ਇਹਨੂੰ ਅਸੀਂ M ਲਿਖ ਦਿੱਤਾ। ਇਹ ਹੈਗਾ ਸਾਡਾ ਜਿਹੜਾ ਹੋਮ, ਇਹਨੂੰ ਅਸੀਂ H ਲਿਖ ਦਿੱਤਾ। ਤੇ ਹੋਮ ਤੋਂ ਲੈ ਕੇ ਮਾਰਕੀਟ ਦੇ ਵਿੱਚ ਜਿਹੜਾ ਹੈ ਟੋਟਲ ਸਾਡੇ ਕੋਲ ਡਿਸਟੈਂਸ ਹੈਗਾ ਸੀ ਸਾਡਾ 2.5 ਕਿਲੋਮੀਟਰ। ਇਹ ਸਾਡਾ ਡਿਸਟੈਂਸ ਸੀਗਾ 2.5 ਕਿਲੋਮੀਟਰ। ਜਦੋਂ ਆਦਮੀ ਮਾਰਕੀਟ ਵੱਲ ਗਿਆ, ਇਹ ਮਾਰਕੀਟ ਵੱਲ ਜਾ ਰਿਹਾ ਮੈਨ, ਉਦੋਂ ਉਹਦੀ ਜਿਹੜੀ ਸਪੀਡ ਸੀਗੀ 5 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਗਿਆ। ਜਦੋਂ ਮਾਰਕੀਟ ਗਿਆ ਇੰਨੀ ਸਪੀਡ ਨਾਲ ਉਹ ਜਾ ਰਿਹਾ, ਤੇ ਜਦੋਂ ਉਹ ਮਾਰਕੀਟ ਤੋਂ ਵਾਪਸ ਆ ਰਿਹਾ ਹੈ ਉਦੋਂ ਉਹਦੀ ਜਿਹੜੀ ਸਪੀਡ ਹੈ 7.5 ਸਾਡੇ ਕੋਲ ਆ ਗਿਆ ਕਿਲੋਮੀਟਰ ਪਰ ਆਰ। ਹੋਮ ਮਾਰਕੀਟ, ਦਿਸ ਇਜ਼ ਦ ਡਿਸਟੈਂਸ। ਇਹ ਹੋਮ ਤੋਂ ਮਾਰਕੀਟ ਦੀ ਜਿਹੜੀ ਸਪੀਡ ਹੈ, ਤੇ ਇਹ ਜਿਹੜੀ ਹੈਗੀ ਆ ਸਾਡੇ ਕੋਲ ਮਾਰਕੀਟ ਤੋਂ ਘਰ ਆਉਣ ਦੀ ਜਿਹੜੀ ਬਾਕੀ ਸਪੀਡ ਹੈ ਉਹਦੀ ਅਸੀਂ ਵੈਲਿਊ ਅਸੀਂ ਲਿਖ ਦਿੱਤੀ ਹੈ।
that is 7.5 किलोमीटर पर आवर। नाउ इस तो बाद ਅਸੀਂ ਆ ਜਿਹੜੇ ਤਿੰਨ ਇੰਟਰਵਲਸ ਨੇ ਇਹਨਾਂ ਦੇ ਉੱਤੇ ਜਿਹੜਾ ਹੈ ਸਾਰਾ ਕੰਮ ਕਰਨਾ ਹੈ। ਸਭ ਤੋਂ ਪਹਿਲਾਂ 0 to 30 ਮਿੰਟ ਮੈਂ ਸਾਈਡ ਤੇ ਲਿਖ ਦੇਣਾ ਹੈ। 0 ਤੋਂ 30 ਮਿੰਟ ਦੇ ਵਿੱਚ ਅਸੀਂ ਐਵਰੇਜ ਸਪੀਡ ਵੀ ਨਿਕਾਲਣੀ ਹੈ ਤੇ ਐਵਰੇਜ ਜਿਹੜੀ ਹੈ ਅਸੀਂ ਜਿਹੜੀ ਉਹਦੀ ਵੈਲੋਸਿਟੀ ਦਾ ਮੈਗਨੀਟਿਊਡ ਵੀ ਨਿਕਾਲਣਾ ਹੈ। ਨਾਓ ਸਭ ਨਾਲੋਂ ਪਹਿਲਾਂ ਅਸੀਂ ਚੈੱਕ ਕਰਾਂਗੇ, ਹਾਂਜੀ ਕੀ ਚੈੱਕ ਕਰਨਾ ਹੈ ਕਿ ਹੋਮ ਤੋਂ ਲੈ ਕੇ ਮਾਰਕੀਟ ਪਹੁੰਚਣ ਦਾ ਉਹਨੂੰ ਟਾਈਮ ਕਿੰਨਾ ਲੱਗਾ। ਪਹਿਲਾਂ ਅਸੀਂ ਚੈੱਕ ਕਰਦੇ ਹਾਂ ਕਿ ਘਰੋਂ ਤੁਰਿਆ ਤੇ ਮਾਰਕੀਟ ਪਹੁੰਚਣ ਤੱਕ ਦਾ ਉਹਨੂੰ ਟਾਈਮ ਕਿੰਨਾ ਲੱਗਦਾ ਹੈ। ਨਾਓ ਡਿਸਟੈਂਸ ਕਿੰਨਾ ਹੈ ਸਾਡੇ ਕੋਲ 2.5 ਕਿਲੋਮੀਟਰ ਹੈ। ਡਿਸਟੈਂਸ ਹੋ ਗਿਆ 2.5 ਕਿਲੋਮੀਟਰ, ਇਹ ਹੋਮ ਤੋਂ ਲੈ ਕੇ ਤੇ ਮਾਰਕੀਟ ਤੱਕ ਦਾ। ਕਿੰਨੀ ਸਪੀਡ ਨਾਲ ਗਿਆ ਸੀ, ਹਾਂਜੀ ਸਪੀਡ ਉਹਦੀ ਨੋਟ ਕਰੋ। ਸਪੀਡ ਕਿੰਨੀ ਨਾਲ ਗਿਆ ਸੀ 5 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਉਹ ਤੁਹਾਡਾ ਜਿਹੜਾ ਮਾਰਕੀਟ ਪਹੁੰਚਿਆ ਸੀ। ਨਾਓ ਕਿੰਨਾ ਟਾਈਮ ਲੱਗੇਗਾ, ਟਾਈਮ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਸਾਨੂੰ ਪਤਾ ਹੈ ਕਿ ਡਿਸਟੈਂਸ ਨੂੰ ਅਸੀਂ ਜਿਹੜਾ ਹੈ ਸਪੀਡ ਦੇ ਨਾਲ ਡਿਵਾਈਡ ਕਰ ਦਾਂਗੇ। ਬਿਕੋਜ਼ ਸਪੀਡ ਕੀ ਹੁੰਦੀ ਹੈ ਡਿਸਟੈਂਸ ਓਵਰ ਟਾਈਮ, ਟਾਈਮ ਅਸੀਂ ਉਧਰਲੇ ਪਾਸੇ ਲੈ ਕੇ ਕ੍ਰਾਸ ਮਲਟੀਪਲਾਈ, ਡਿਸਟੈਂਸ ਨੂੰ ਸਪੀਡ ਨਾਲ ਡਿਵਾਈਡ ਕੀਤਾ ਤੇ ਡਿਸਟੈਂਸ ਹੈਗਾ ਸਾਡੇ ਕੋਲ 2.5 ਤੇ ਡਿਵਾਈਡ ਕਰ ਦਾਂਗੇ ਅਸੀਂ 5 ਦੇ ਨਾਲ। ਇਹ ਕੰਮ ਸਾਡਾ ਜਿਹੜਾ ਚੱਲਦਾ ਪਿਆ ਹੈ ਇਹ ਸਾਡੇ ਕੋਲ ਹੈਗਾ ਕਿਲੋਮੀਟਰ ਤੇ ਕਿਲੋਮੀਟਰ ਜਿਹੜਾ ਹੈ ਪਰ ਆਰ ਦੇ ਵਿੱਚ ਹੈਗਾ ਸਾਡੇ ਕੋਲ 2.5। ਨਾਓ ਜਦੋਂ ਇਹਨੂੰ ਅਸੀਂ ਕੈਨਸਲ ਕਰਾਂਗੇ it will become 0.5, ਇਹ ਸਾਡੇ ਕੋਲ ਆ ਜਾਏਗਾ 0.5। it is 0.5 ਟਾਈਮ ਹੈ। ਟਾਈਮ ਕੱਚ ਆਏਗਾ ਸਾਡੇ ਕੋਲ ਆਵਰਸ ਦੇ ਵਿੱਚ ਕਿਉਂਕਿ ਇਹ ਕਿਲੋਮੀਟਰ ਪਰ ਆਰ ਚੱਲਦੇ ਪਏ ਨੇ। ਨਾਓ ਇਹਨੂੰ ਥੋੜਾ ਜਿਹਾ ਅੱਗੇ ਹੱਲ ਕਰੀਏ। ਇਹ ਟਾਈਮ ਸਾਨੂੰ ਮਿੰਟ ਵਿੱਚ ਗਿਵਨ ਹੈ ਤੇ ਜੇ ਆ ਮਿੰਟ ਵਿੱਚ ਗਿਵਨ ਹੈ ਤੇ ਇਹਨੂੰ ਵੀ ਅਸੀਂ ਜਿਹੜਾ ਹੈ ਮਿੰਟ ਵਿੱਚ ਕਨਵਰਟ ਕਰਾਂਗੇ। ਸਾਡੇ ਕੋਲ ਕੀ ਆਏਗਾ 0.5 ਨੂੰ 60 ਨਾਲ ਮਲਟੀਪਲਾਈ ਕਰ ਦਾਂਗੇ। 60 ਨਾਲ ਕਿਉਂ, ਕਿਉਂਕਿ 1 ਘੰਟੇ ਦੇ ਵਿੱਚ 60 ਮਿੰਟ ਹੁੰਦੇ ਨੇ ਤੇ ਆਹ ਪੁਆਇੰਟ ਜਿਹੜਾ ਹੈ ਜਦੋਂ ਕੈਂਸਲ ਕਰੋਗੇ ਥੱਲੇ 10 ਆ ਜਾਏਗਾ, 0 ਨਾਲ 0 ਕੈਂਸਲ ਤੇ 6 5 ਦਾ ਹਾਂਜੀ ਆ ਗਿਆ ਸਾਡੇ ਕੋਲ 30, ਹਾਂਜੀ ਤੁਹਾਡਾ ਕੀ ਬਣ ਗਏ ਮਿੰਟ। ਇਹਦਾ ਮਤਲਬ ਸਾਨੂੰ ਕਲੀਅਰ ਹੋ ਗਿਆ ਕਿ 30 ਮਿੰਟ ਤੱਕ 30 ਮਿੰਟ ਬਾਅਦ ਜਦੋਂ ਤੁਰਿਆ ਇੱਥੋਂ ਆਪਣੇ ਘਰੋਂ 30 ਮਿੰਟ ਬਾਅਦ ਉਹ ਬੰਦਾ ਕਿੱਥੇ ਪਹੁੰਚ ਗਿਆ ਹੋਏਗਾ, ਮਾਰਕੀਟ ਪਹੁੰਚ ਚੁੱਕਾ ਹੈ। ਕਿਉਂਕਿ ਅਸੀਂ ਡਿਸਟੈਂਸ 2.5 ਲਿਆ ਤੇ ਸਪੀਡ ਲਈ 5। ਅਸੀਂ ਪਹਿਲਾਂ ਚੈੱਕ ਕੀਤਾ ਕਿ ਇਹ ਡਿਸਟੈਂਸ ਕਿੰਨੇ ਟਾਈਮ ਚ ਕਵਰ ਹੋਏਗਾ ਕਿਉਂਕਿ ਸਪੀਡ ਵੀ ਗਿਵਨ ਸੀ ਤੇ ਸਾਨੂੰ ਡਿਸਟੈਂਸ ਵੀ ਗਿਵਨ ਸੀ। ਅਸੀਂ ਚੈੱਕ ਕੀਤਾ ਤੇ ਸਾਡੇ ਕੋਲ ਜਿਹੜਾ ਹੈ ਟਾਈਮ ਦੀ ਵੈਲਿਊ ਆ ਗਈ 30 ਮਿੰਟ। ਇਹਦਾ ਮਤਲਬ ਜਿਹੜਾ ਉਹ ਬੰਦਾ ਹੈ 30 ਮਿੰਟ ਬਾਅਦ ਮਾਰਕੀਟ ਵਿੱਚ ਹੈ। ਜੇ 30 ਮਿੰਟ ਬਾਅਦ ਉਹ ਮਾਰਕੀਟ ਵਿੱਚ ਹੈ ਤੇ ਇਹਦਾ ਮਤਲਬ ਉਹਦੀ ਡਿਸਟੈਂਸ ਦੀ ਵੈਲਿਊ 2.5 ਹੋਏਗੀ ਕਿਉਂਕਿ ਮਾਰਕੀਟ ਹੈ। 30 ਮਿੰਟ ਬਾਅਦ ਉਹ ਮਾਰਕੀਟ ਚ ਪਹੁੰਚਿਆ, ਇਹਦਾ ਮਤਲਬ ਉਹਦਾ ਡਿਸਟੈਂਸ 2.5 ਕਿਲੋਮੀਟਰ ਹੋਏਗਾ ਤੇ ਉਹਦੀ ਜਿਹੜੀ ਡਿਸਪਲੇਸਮੈਂਟ ਹੋਏਗੀ that is also equal to 2.5 ਕਿਉਂਕਿ ਉਹ ਮਾਰਕੀਟ ਹੀ ਬੈਠਾ ਹੈ ਹਾਲੇ। ਨਾ ਉਹਦੀ ਡਿਸਟੈਂਸ ਵੀ ਪਤਾ ਲੱਗ ਗਿਆ ਸਾਨੂੰ ਉਹਦਾ ਜਿਹੜਾ ਹੈ ਉਹਦੀ ਜਿਹੜੀ ਡਿਸਪਲੇਸਮੈਂਟ ਵੀ ਪਤਾ ਲੱਗ ਗਈ। then we can calculate its average velocity ਤੇ average speed ਅਸੀਂ ਜਿਹੜੀ ਹੈ ਹੁਣ ਇਹਦੀ ਨਿਕਾਲ ਸਕਦੇ ਹਾਂ। therefore ਸਾਡੇ ਕੋਲ ਜਿਹੜੀ ਹੈ ਪਹਿਲਾਂ ਨਿਕਾਲਦੇ ਹਾਂ average speed। average speed ਦਾ ਮਤਲਬ total distance ਡਿਵਾਈਡ ਕਰ ਦਾਂਗੇ ਅਸੀਂ ਕਾਹਦੇ ਨਾਲ, ਟੋਟਲ ਜਿਹੜਾ ਟਾਈਮ ਲੱਗਾ ਤੇ ਟੋਟਲ ਡਿਸਟੈਂਸ ਹੈ ਕਿੰਨਾ। ਨਾਓ ਟੋਟਲ ਡਿਸਟੈਂਸ ਇਜ਼ 2.5 ਸਾਡੇ ਕੋਲ ਕਿੰਨਾ ਹੈਗਾ ਕਿਲੋਮੀਟਰ ਪਰ ਆਵਰ। ਇਹ ਸਾਡਾ 2.5 ਕਿਲੋਮੀਟਰ ਡਿਸਟੈਂਸ ਡਿਵਾਈਡਡ ਬਾਈ ਟਾਈਮ। ਸਾਡੇ ਕੋਲ ਟਾਈਮ ਹੈਗਾ 30 ਮਿੰਟ। 30 ਮਿੰਟ ਦਾ ਮਤਲਬ ਸਾਡੇ ਕੋਲ ਲਿਖ ਦਿੱਤਾ ਅਸੀਂ 1/2 ਆਵਰਸ। 1/2 ਕਿਉਂ ਆਇਆ ਕਿਉਂਕਿ 30 ਮਿੰਟ ਜਿਹੜਾ ਹੈ ਇਟ ਇਜ਼ ਐਨ ਹਾਫ ਐਨ ਆਵਰ ਤੇ ਇਹ 2 ਉਲਟ ਕੇ ਉੱਪਰ ਚਲਾ ਜਾਏਗਾ ਤੇ ਸਾਡੇ ਕੋਲ ਆ ਗਿਆ 2.5 ਮਲਟੀਪਲਾਈ ਬਾਈ 2 ਇਟ ਵਿਲ ਬੀ ਇਕੁਅਲ ਟੂ ਸਾਡੇ ਕੋਲ ਆ ਗਿਆ 5। ਦਿਸ ਵਿਲ ਬੀ ਯੂਅਰ
2.5 ਨੂੰ ਮਲਟੀਪਲਾਈ ਕੀਤਾ 5 ਐਂਡ ਦਿਸ ਇਜ਼ ਦਾ ਐਵਰੇਜ ਸਪੀਡ। ਇਹਦਾ ਮਤਲਬ ਜਿਹੜਾ ਆਦਮੀ ਹੈ ਉਹ ਆਪਣੇ ਘਰੋਂ ਜਿਹੜਾ ਹੈ ਮਾਰਕੀਟ ਵਿੱਚ ਪਹੁੰਚਿਆ, ਉਹਦੀ ਜਿਹੜੀ ਐਵਰੇਜ ਸਪੀਡ ਸੀਗੀ that is equal to 5 ਕਿਲੋਮੀਟਰ ਪਰ ਆਰ। ਇਹ ਸਾਡੇ ਕੋਲ ਜਿਹੜੀ ਹੈ ਐਵਰੇਜ ਸਪੀਡ ਆ ਗਈ। ਤੇ ਜੇ ਅਸੀਂ ਐਵਰੇਜ ਵੈਲੋਸਿਟੀ ਦਾ ਮੈਗਨੀਟਿਊਡ ਨਿਕਾਲਣਾ ਹੈ, ਮੰਨ ਲਓ ਇੱਥੇ ਅਸੀਂ ਐਵਰੇਜ ਵੈਲੋਸਿਟੀ ਦਾ ਮੈਗਨੀਟਿਊਡ ਲਿਖਦੇ ਹਾਂ, ਮੈਗਨੀਟਿਊਡ ਆਫ ਐਵਰੇਜ ਵੈਲੋਸਿਟੀ। ਇੱਥੇ ਕੀ ਆਏਗਾ, ਟੋਟਲ ਡਿਸਪਲੇਸਮੈਂਟ ਆ ਜਾਏਗੀ ਤੇ ਟੋਟਲ ਡਿਸਪਲੇਸਮੈਂਟ ਵੀ ਕਿੰਨੀ ਰਹੇਗੀ 2.5, ਕਿਉਂਕਿ 30 ਮਿੰਟ ਤੱਕ ਆਦਮੀ ਮਾਰਕੀਟ ਪਹੁੰਚਿਆ ਹੈ। ਇਹਦਾ ਮਤਲਬ ਸਾਡੇ ਕੋਲ 2.51/2। ਇੱਥੇ ਧਿਆਨ ਰੱਖਣਾ ਹੈ ਡਿਸਟੈਂਸ ਕਿਲੋਮੀਟਰ ਚ ਹੈ ਤੇ ਟਾਈਮ ਮਿੰਟ ਚ ਹੈ, ਤੇ ਧਿਆਨ ਰੱਖਣਾ ਹੈ ਕਿ ਕਿਲੋਮੀਟਰ ਦੇ ਨਾਲ ਆਵਰਸ ਲਗਾਣੇ ਆ। ਇਸ ਕਰਕੇ ਮੈਂ ਟਾਈਮ ਨੂੰ ਜਿਹੜਾ ਹੈ ਆਵਰਸ ਵਿੱਚ ਬਦਲ ਕੇ ਜਿਹੜਾ ਹੈ ਉੱਥੇ ਪੁੱਟ ਕੀਤਾ ਵੈਲਿਊ। ਨਾਓ ਐਵਰੇਜ ਵੈਲੋਸਿਟੀ ਵੀ ਓਨੀ ਆਏਗੀ ਤੇ ਐਵਰੇਜ ਜਿਹੜੀ ਹੈ ਸਾਡੀ ਸਪੀਡ ਵੀ ਜਿਹੜੀ ਹੈ ਉਹਦੀ ਜਿਹੜੀ ਵੈਲਿਊ ਹੈ, ਉਹਦਾ ਮੈਗਨੀਟਿਊਡ ਹੈ, ਉਹ ਬਿਲਕੁਲ ਤੁਹਾਡਾ ਸੇਮ ਆਏਗਾ। ਨਾਓ ਦੂਸਰਾ ਇਹਦਾ ਪਾਰਟ ਹੈ 0 to 50 ਮਿੰਟ। ਨਾਓ ਹਾਊ ਟੂ ਸੋਲਵ 0 to 50 ਮਿੰਟ। ਇਹਦੇ ਅਸੀਂ ਦੋ ਹਿੱਸੇ ਕਰਦੇ ਹਾਂ, ਇੱਕ ਆ ਗਿਆ 0 to 30 ਤੇ ਦੂਜਾ ਆ ਜਾਂਦਾ ਹੈ 30 ਤੋਂ ਤੁਹਾਡੇ ਕੋਲ ਆ ਗਿਆ 50। 0 to 50 ਨੂੰ ਸਮਝਣ ਲਈ ਪਹਿਲਾਂ ਦੇਖਦੇ ਹਾਂ 0 to 30। 0 ਤੋਂ 30 ਤੱਕ ਉਹ ਜਿਹੜਾ ਮੈਨ ਸੀਗਾ, ਸੋਚੋ ਕਿੱਥੇ ਸੀਗਾ, ਮਾਰਕੀਟ। ਇਹਦਾ ਮਤਲਬ ਇਸ ਟਾਈਮ ਤੱਕ ਤੇ ਆਦਮੀ ਜਿਹੜਾ ਹੈ ਮਾਰਕੀਟ ਸੀ। ਤੇ ਬਾਕੀ ਮਿੰਟ ਕਿੰਨੇ ਬਚੇ ਸਾਡੇ ਕੋਲ? ਬਾਕੀ ਮਿੰਟ ਬਚਦੇ ਆ 20। ਇਹ ਜਿਹੜੇ ਬਾਕੀ 20 ਮਿੰਟ ਬਚਦੇ ਆ, ਇਹਦੇ ਵਿੱਚ ਅਸੀਂ ਚੈੱਕ ਕਰਦੇ ਆ ਕਿ ਉਹ ਕਿੰਨਾ ਡਿਸਟੈਂਸ ਕਵਰ ਕਰਦਾ ਹੈ, ਕਿਉਂਕਿ 0 ਤੋਂ 30 ਵਿੱਚ ਤੇ ਉਹਨੇ ਡਿਸਟੈਂਸ ਕਵਰ ਕੀਤਾ 2.5 ਪਹਿਲਾਂ ਡਿਸਕਸ ਕੀਤਾ, ਇੱਥੇ ਬੈਠਾ ਹੈ। ਬਾਕੀ ਸਾਡੇ ਕੋਲ 20 ਮਿੰਟ ਹੋਰ ਨੇ, ਅਸੀਂ ਚੈੱਕ ਕਰਾਂਗੇ ਕਿ ਪਹਿਲਾਂ 20 ਮਿੰਟਾਂ ਵਿੱਚ ਬਾਡੀ ਕਿੰਨਾ ਡਿਸਟੈਂਸ ਕਵਰ ਕਰਦੀ ਹੈ। ਤੇ ਸਾਨੂੰ ਪਤਾ ਹੈ ਕਿ ਡਿਸਟੈਂਸ ਦਾ ਜਿਹੜਾ ਫਾਰਮੂਲਾ ਹੁੰਦਾ ਹੈ, ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਨੂੰ ਮਲਟੀਪਲਾਈ ਕਰ ਦਾਂਗੇ ਟਾਈਮ ਦੇ ਨਾਲ। ਨਾਓ ਸਪੀਡ ਤੇ ਟਾਈਮ ਨੂੰ ਮਲਟੀਪਲਾਈ ਕਰੋ। ਨਾਓ ਵਾਪਸ ਆਣਾ ਹੈ, ਕਿਉਂਕਿ 30 ਮਿੰਟ ਤੇ ਮਾਰਕੀਟ 'ਚ ਹੈ, ਅਗਲੇ 20 ਮਿੰਟ ਬਾਅਦ ਉਹ ਇੱਕਦਮ ਵਾਪਸ ਤੁਰ ਪਿਆ। ਇਹਦਾ ਮਤਲਬ ਸਪੀਡ ਕਿਹੜੀ ਲਗਾਓਗੇ, 7 ਵਾਲੀ ਕਿ 5 ਵਾਲੀ ਲਗਾਓਗੇ ਕਿ 7.5 ਵਾਲੀ? ਇਹ ਜਾਣਦੇ ਆ ਸਪੀਡ ਹੈ 30 ਮਿੰਟ ਤੱਕ। ਜਦੋਂ ਬਾਕੀ 20 ਮਿੰਟ ਬਚੇ ਉਹ ਵਾਪਸ ਆ ਰਿਹਾ, ਇਹਦਾ ਮਤਲਬ ਅਸੀਂ ਸਪੀਡ ਕਿਹੜੀ ਲਗਾਵਾਂਗੇ ਯਾਰ ਕਿ 7.5 ਮਲਟੀਪਲਾਈ ਬਾਏ ਸਾਡਾ ਟਾਈਮ ਕਿੰਨਾ ਹੈ, that is 20 ਮਿੰਟ। 20 ਮਿੰਟ ਡਿਵਾਈਡਡ ਬਾਈ 60 ਕਿਉਂ ਕੀਤਾ? ਕਿਉਂਕਿ ਮਿੰਟ ਤੋਂ ਅਸੀਂ ਆਵਰਸ ਦੇ ਵਿੱਚ ਇਹਨੂੰ ਜਿਹੜਾ ਅਸੀਂ ਬਦਲ ਦੇਣਾ ਹੈ। ਨਾਓ 0 ਨਾਲ 0 ਕੈਂਸਲ ਤੇ ਇਧਰੋਂ ਆ ਗਿਆ 2, ਥੱਲੇ ਆ ਗਿਆ 3। 7.5 ਨੂੰ ਅਸੀਂ 3 ਨਾਲ ਡਿਵਾਈਡ ਕਰਾਂਗੇ ਤੇ ਜਦੋਂ 3 ਨਾਲ ਡਿਵਾਈਡ ਕੀਤਾ ਤੇ ਸਾਡੇ ਕੋਲ ਆਇਆ 2.5 ਡਿਸਟੈਂਸ ਆ ਗਿਆ ਸਾਡੇ ਕੋਲ ਕਿਲੋਮੀਟਰ। ਇਹਦਾ ਮਤਲਬ 20 ਮਿੰਟਾਂ ਚ ਉਹਨੇ 2.5 ਕਿਲੋਮੀਟਰ ਡਿਸਟੈਂਸ ਕਵਰ ਕੀਤਾ। ਇਹਦਾ ਮਤਲਬ ਇੱਥੋਂ ਤੁਰਿਆ 20 ਮਿੰਟਾਂ ਚ 2.5, ਆ 2.5 ਤੇ ਪੂਰਾ ਹੀ ਹੈ। ਇਹਦਾ ਮਤਲਬ ਉਹ ਆਦਮੀ ਮਾਰਕੀਟ ਤੋਂ ਘਰ ਪਹੁੰਚ ਚੁੱਕਾ ਹੈ। ਇਟ ਮੀਨਸ 0 to 50 ਮਿੰਟ ਵਿੱਚ ਆਦਮੀ ਕਿੱਥੇ ਹੋਏਗਾ? ਪਹਿਲੇ 30 ਮਿੰਟਾਂ ਚ ਮਾਰਕੀਟ, ਅਗਲੇ ਜਿਹੜੇ 20 ਮਿੰਟਸ ਨੇ ਉਹਦੇ ਵਿੱਚ ਕੀ ਹੋਇਆ, ਆਦਮੀ ਜਿਹੜਾ ਹੈ ਉਹਨੇ ਆਪਣੀ ਸਪੀਡ ਵਧਾ ਲਈ ਸੀ, ਉਹਨੇ ਵਾਪਸ ਆਉਣ ਦੇ ਵਿੱਚ ਓਨਾ ਹੀ ਡਿਸਟੈਂਸ ਕਵਰ ਕਰ ਲਿਆ। ਇਹਦਾ ਮਤਲਬ ਆਫਟਰ 50 ਮਿੰਟ ਦਾ ਮੈਨ ਵਿਲ ਬੀ ਐਟ ਹੋਮ, ਇੱਥੇ ਵਾਪਸ ਪਹੁੰਚ ਚੁੱਕਾ ਹੈ। 50 ਮਿੰਟ ਤੇ ਆਦਮੀ ਜਿਹੜਾ ਹੈ ਉਹ ਆਪਣੇ ਘਰ ਜਿਹੜਾ ਉਹ ਪਹੁੰਚ ਚੁੱਕਾ ਹੈ। ਨਾਓ ਐਵਰੇਜ ਸਾਡੇ ਕੋਲ ਆ ਜਾਏਗੀ ਵੈਲੋਸਿਟੀ, ਇਹਦਾ ਮੈਗਨੀਟਿਊਡ। ਹਾਂਜੀ, ਵੈਲੋਸਿਟੀ ਦਾ ਮੈਗਨੀਟਿਊਡ ਕਿਵੇਂ ਨਿਕਾਲਦੇ ਆ? ਅਸੀਂ ਨਿਕਾਲਾਂਗੇ ਪਹਿਲਾਂ ਡਿਸਪਲੇਸਮੈਂਟ, ਡਿਵਾਈਡ ਕਰਨਾ ਕਰਾਂਗੇ, ਡਿਵਾਈਡ ਕਰ ਦਾਂਗੇ ਅਸੀਂ ਥੱਲੇ ਟਾਈਮ ਟੇਕ ਕਰਨਾ। ਨਾਓ ਟਾਈਮ ਹੈਗਾ 50 ਮਿੰਟ ਤੇ ਡਿਸਪਲੇਸਮੈਂਟ ਕਿੰਨੀ ਹੋਈ? 50 ਮਿੰਟ ਬਾਅਦ ਆਦਮੀ ਕਿੱਥੇ ਪਹੁੰਚ ਚੁੱਕਾ ਸੀ? 50 ਮਿੰਟ ਬਾਅਦ
ਦ ਮੈਨ ਇਜ਼ ਐਟ ਹੋਮ, ਉਹ ਘਰ ਸੀਗਾ। ਤੇ ਜੇ ਵਾਪਸ ਘਰ ਆ ਚੁੱਕਾ ਹੈ ਤੇ ਇਹਦਾ ਮਤਲਬ ਹੈ ਉਹਦੀ ਡਿਸਪਲੇਸਮੈਂਟ ਕਿੰਨੀ ਹੋ ਗਈ ਸਾਡੇ ਕੋਲ 0 ਤੇ ਥੱਲੇ ਹੈਗਾ ਸਾਡੇ ਕੋਲ 50 ਮਿੰਟ। ਇਹਨੂੰ ਕਨਵਰਟ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਉੱਪਰ 0 ਹੈ। ਇਹਦਾ ਮਤਲਬ ਉਹਦੀ ਜਿਹੜੀ ਐਵਰੇਜ ਵੈਲੋਸਿਟੀ ਹੈ ਇਟ ਵਿਲ ਬੀ 0 ਕਿਲੋਮੀਟਰ ਪਰ ਆਰ। ਐਵਰੇਜ ਵੈਲੋਸਿਟੀ ਉਹਦੀ 0 ਹੋ ਗਈ ਬਿਕੋਜ਼ डिस्प्लेसमेंट 0 हो गया। डिस्प्लेसमेंट 0 क्यों हो गया? क्योंकि मैन जड़ा है 50 मिनट बाद अपने घर पहुंच गया सी। नाउ इस तो बाद ਅਸੀਂ ਨਿਕਾਲਾਂਗੇ ਨਾਲ ਹੀ ਐਵਰੇਜ ਉਹਦੀ ਨਿਕਾਲਣੀ ਹੈ ਆਪਾਂ ਸਪੀਡ। ਤੇ ਸਪੀਡ ਦਾ ਜਿਹੜਾ ਹੈ ਫਾਰਮੂਲਾ ਸਾਨੂੰ ਪਤਾ ਹੈ, ਇਟ ਇਜ਼ ਗਿਵਨ ਬਾਈ ਟੋਟਲ ਡਿਸਟੈਂਸ। ਟੋਟਲ ਡਿਸਟੈਂਸ ਮੀਨਸ ਟੋਟਲ ਲੈਂਥ ਆਫ ਪਾਥ। ਕਿੰਨੇ ਟਾਈਮ ਦਾ ਨਿਕਾਲਣਾ ਹੈ? 50 ਮਿੰਟ ਦਾ। ਤੇ ਟੋਟਲ ਡਿਸਟੈਂਸ ਕਿੰਨਾ ਕਵਰ ਹੋਇਆ ਜਾਂਦਿਆਂ ਤੇ ਆਂਦਿਆਂ, ਕਿਉਂਕਿ 0 to 50 ਇਹ ਬੇਟਾ ਧਿਆਨ ਨਾਲ ਸਿੱਖਣ ਵਾਲੀ ਗੱਲ ਹੈ, ਤਦੇ ਮੈਂ ਬਾਰ-ਬਾਰ ਬੋਲ ਰਿਹਾ 0 to 50। ਪਹਿਲਾਂ 0 to 30 ਇੱਥੇ ਇਹ ਹੋ ਗਿਆ 2.5, ਬਾਕੀ 30 to 50 ਜਿਹੜਾ ਹੈ 20 ਮਿੰਟ 'ਚ ਵਾਪਸ ਆ ਚੁੱਕਾ ਹੈ, ਫਿਰ 2.5। ਇਹਦਾ ਮਤਲਬ ਸਾਡੇ ਕੋਲ ਟੋਟਲ ਡਿਸਟੈਂਸ ਹੁਣ ਕਵਰ ਹੋਏਗਾ 5 ਕਿਲੋਮੀਟਰ। ਤੇ ਥੱਲੇ ਜਿਹੜੇ ਮਿੰਟ ਨੇ ਇਹਦਾ ਵੀ ਅਸੀਂ ਜਿਹੜਾ ਹੈ ਵੈਲਿਊ ਨੂੰ ਅਸੀਂ ਆਰਸ ਵਿੱਚ ਬਦਲ ਦਾਂਗੇ। ਇਹ ਸਾਡਾ ਵਿੱਚੋਂ ਕੈਂਸਲ ਹੋ ਗਿਆ, 5 ਨਾਲ 5 ਕੈਂਸਲ, 6 ਉੱਪਰ ਚਲਾ ਜਾਏਗਾ। ਇਟ ਵਿਲ ਬੀ ਯੂਅਰ 6 ਕਿਲੋਮੀਟਰ ਪਰ ਆਰ। ਇਹਦਾ ਮਤਲਬ ਉਹਦੀ ਜਿਹੜੀ ਐਵਰੇਜ ਸਪੀਡ ਹੈ ਉਹਦੀ ਵੈਲਿਊ ਸਾਡੇ ਕੋਲ ਆ ਗਈ 6 ਕਿਲੋਮੀਟਰ ਪਰ ਆਰ। ਆਈ ਥਿੰਕ ਕਿ ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਨਿਊਮੈਰੀਕਲ ਕਲੀਅਰ ਹੋ ਗਿਆ। ਜੇ ਇੱਥੋਂ ਤੱਕ ਨਿਊਮੈਰੀਕਲ ਕਲੀਅਰ ਹੈ ਤੇ ਅਗਲਾ ਪਾਰਟ ਜਿਹੜਾ ਹੈ ਇਹਨੂੰ ਆਪ ਮੇਰੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਾ। ਨਾਓ ਨੈਕਸਟ ਜਿਹੜਾ ਪਾਰਟ ਹੈ ਉਹ ਹੈਗਾ ਸਾਡਾ, ਇਹਨੂੰ ਸਮਝਿਓ 0 ਤੋਂ ਲੈ ਕੇ 40 ਮਿੰਟ ਤੱਕ। ਸਭ ਨਾਲ ਪਹਿਲਾਂ ਦੱਸੋ 0 ਤੋਂ 40 ਦੇ ਕਿੰਨੇ ਪਾਰਟਸ ਕਰੋਗੇ? ਅਸੀਂ ਪਹਿਲਾਂ ਕਰਾਂਗੇ 0 to 30 ਮਿੰਟ, ਕਿਉਂਕਿ ਸਾਨੂੰ ਪਤਾ ਹੈ ਕਿ 30 ਮਿੰਟ ਤੇ ਬੰਦਾ ਕਿੱਥੇ ਹੈਗਾ, ਬੰਦਾ ਜਿਹੜਾ ਸਾਡਾ ਮਾਰਕੀਟ ਵਿੱਚ ਹੈਗਾ 0 to 30 ਪਲੱਸ ਬਾਕੀ ਰਹਿ ਗਿਆ 30 ਤੋਂ ਤੁਹਾਡੇ ਕੋਲ ਰਹਿ ਗਿਆ 40 ਮਿੰਟ। ਕਿੰਨੇ ਮਿੰਟ? ਸਿਰਫ 10 ਮਿੰਟ ਦੀ ਗੱਲ ਹੋਰ ਹੈ। 0 to 30 ਮਾਰਕੀਟ 'ਚ ਇਹ ਤੇ ਨਿਕਲ ਗਿਆ, ਮਾਰਕੀਟ ਵਾਲਾ ਹਿੱਸਾ ਇਹ ਪਤਾ ਹੀ ਹੈ ਸਾਨੂੰ। ਹੁਣ 30 to 40 ਸਿਰਫ 10 ਮਿੰਟ ਹੋਰ ਨੇ। 10 ਮਿੰਟ ਬਾਅਦ ਜਿਹੜਾ ਹੈ ਇਹਨਾਂ 10 ਮਿੰਟ ਵਿੱਚ ਬੰਦਾ ਜਿਹੜਾ ਹੈ ਮਾਰਕੀਟ ਤੋਂ ਆਪਣੇ ਘਰ ਨੂੰ ਤੁਰੇਗਾ। ਹੁਣ ਅਸੀਂ ਚੈੱਕ ਕਰਾਂਗੇ ਕਿ 10 ਮਿੰਟ ਵਿੱਚ ਉਹਨੇ ਕਿੰਨਾ ਡਿਸਟੈਂਸ ਕਵਰ ਕੀਤਾ। ਕੀ ਉਹ ਘਰ ਪਹੁੰਚਿਆ? ਘਰ ਤੇ ਨਹੀਂ ਪਹੁੰਚੇਗਾ। ਕਿਉਂ? ਕਿਉਂਕਿ ਉਹ ਘਰ ਪਹੁੰਚਿਆ ਸੀ 20 ਮਿੰਟ 'ਚ। ਹੁਣ ਸਾਡੇ ਕੋਲ ਸਿਰਫ ਕਿੰਨੇ ਹੈਗੇ? ਸਾਡੇ ਕੋਲ 10 ਮਿੰਟ। ਅਸੀਂ ਚੈੱਕ ਕਰਾਂਗੇ ਕਿ ਉਹ 10 ਮਿੰਟ ਦੇ ਵਿੱਚ ਉਹਨੇ ਕਿੰਨਾ ਡਿਸਟੈਂਸ ਕਵਰ ਕੀਤਾ। ਨਾਓ ਜਿਹੜਾ ਡਿਸਟੈਂਸ ਹੈ ਕਵਰਡ in 10 ਮਿੰਟ, ਹਾਂਜੀ 10 ਮਿੰਟ 'ਚ ਕਿੰਨਾ ਡਿਸਟੈਂਸ ਕਵਰ ਹੋਏਗਾ? ਡਿਸਟੈਂਸ ਦਾ ਫਾਰਮੂਲਾ ਸਾਨੂੰ ਪਤਾ ਹੈ, ਸਪੀਡ ਨੂੰ ਤੁਸੀਂ ਟਾਈਮ ਦੇ ਨਾਲ ਮਲਟੀਪਲਾਈ ਕਰੋ। ਸਪੀਡ ਕਿਹੜੀ ਲਾਓਗੇ? 5 ਕੇ 7.5 7.5 ਕਿਉਂਕਿ ਉਹ ਵਾਪਸ ਤੁਰ ਪਿਆ। ਇੱਥੇ 30 ਮਿੰਟ ਹੋ ਚੁੱਕੇ ਨੇ, ਵਾਪਸ ਆਉਣਾ ਉਹਨੇ। ਸਪੀਡ ਆ ਗਈ 7.5 ਤੇ ਟਾਈਮ ਕਿੰਨਾ ਲਾਓਗੇ? 10/60 ਕਿਉਂਕਿ 60 ਕਿਉਂ ਆ ਰਿਹਾ? ਮਿੰਟ ਦੇ ਅਸੀਂ ਆਵਰਸ ਬਣਾ ਦਿੱਤੇ। ਆ 0 ਵਿੱਚੋਂ ਕੈਨਸਲ ਹੋ ਗਈ ਤੇ ਸਾਡੇ ਕੋਲ ਜਿਹੜੀ ਹੈ ਇਹਦੀ ਵੈਲਿਊ ਕੱਟ ਕਰਕੇ ਸਾਡੀ ਜਿਹੜੀ ਆਏਗੀ, ਅਸੀਂ ਦੇਖਦੇ ਹਾਂ ਕਿ 7.5 ਨੂੰ ਅਸੀਂ ਕੱਟ ਕਰਤਾ, ਇੱਥੇ ਆ ਗਿਆ 2.5, ਥੱਲੇ ਆ ਗਿਆ ਸਾਡੇ ਕੋਲ 2। ਇਟ ਵਿਲ ਬੀ 2. ਸਾਡੇ ਕੋਲ ਆ ਗਿਆ 5 ਡਿਵਾਈਡਡ ਬਾਈ 2। ਅਸੀਂ ਕਾਹਦੇ ਉੱਤੇ ਕਟਿੰਗ ਕੀਤੀ ਹੈ? ਅਸੀਂ 3 ਨਾਲ ਕਟਿੰਗ ਕਰ ਦਿੱਤੀ। 3 2 ਦਾ 6 ਤੇ ਇਧਰੋਂ ਅਸੀਂ ਕਟਿੰਗ ਕੀਤੀ 7.5 ਨੂੰ 3 ਦੇ ਨਾਲ 25 ਤੇ 75। ਇਹ ਆ ਗਈ ਸਾਡੇ ਕੋਲ 2.5 ਆ ਚੁੱਕੀ ਹੈ। ਨਾਓ ਇਸ ਤੋਂ ਬਾਅਦ ਇਹਦੀ ਵੀ ਜਿਹੜੀ ਹੈ ਅਸੀਂ ਜਿਹੜੀ ਹੈ ਅਗਾਂਹ ਫਰਦਰ ਕਟਿੰਗ ਕਰ ਦਾਂਗੇ। ਨਾਓ ਇਟ ਵਿਲ ਬੀ ਇਕੁਅਲ ਟੂ, ਇਹਨੂੰ ਜਦੋਂ ਕਟਿੰਗ ਕਰੋਗੇ ਇਹ ਸਾਡੇ ਕੋਲ ਆ ਜਾਏਗਾ 1.25। ਇਟ ਵਿਲ ਬਿਕਮ 1.25। ਇਟ ਮੀਨਸ ਬੋਡੀ ਨੇ 1.25 ਬੰਦੇ ਨੇ 1.25 ਕਿਲੋਮੀਟਰ ਡਿਸਟੈਂਸ ਕਵਰ ਕਰ ਲਿਆ ਬਾਕੀ 10 ਸੈਕਿੰਡ ਦੇ ਵਿੱਚ। ਇਹਨੂੰ ਨੋਟ ਰੱਖਣਾ ਹੈ
1.5 ਕਿਲੋਮੀਟਰ। ਮੰਨ ਲਓ ਇੱਥੋਂ ਤੁਰਿਆ ਤੇ ਉਹ ਜਿਹੜਾ ਹੈ ਇੱਥੇ ਕਿ ਤੁਹਾਡਾ ਆ ਗਿਆ ਸਾਡੇ ਕੋਲ 1.25 ਕਿਲੋਮੀਟਰ, ਜਿਹੜਾ ਹੈ ਇਹਦਾ ਹਾਫ ਹੀ ਹੋ ਗਿਆ ਨਾ। 1.25 डिस्टेंस उन्हें अपना कवर कर लिया। नाउ प्लीज टेल एवरेज स्पीड। असी एवरेज जिहड़ी स्पीड है वो किस तरह निकालते हैं? एवरेज स्पीड वास्ते टोटल डिस्टेंस लेना पएगा ते टोटल साडे को नीचे आ जाएगा टाइम ते टोटल डिस्टेंस कितना है? तुरे किथों घरों 0 to 30 2.5, बाकी ਜਿਹੜਾ 10 ਮਿੰਟ ਵਿੱਚ ਇੰਨਾ ਆ ਗਿਆ ਤੇ ਟੋਟਲ ਡਿਸਟੈਂਸ ਸਾਡੇ ਕੋਲ ਆ ਗਿਆ 2.5 plus 1.25. this is the total distance divided by total time. total time ਹੈ ਸਾਡੇ ਕੋਲ 40 divided by 60. 60 ਕਿਉਂ ਕਰ ਰਹੇ ਹਾਂ? ਕਿਉਂਕਿ ਸਾਨੂੰ ਪਤਾ ਹੈ ਕਿਲੋਮੀਟਰ ਪਰ ਆਵਰਸ ਵਿੱਚ ਗੱਲ ਕਰਨੀ ਹੈ, ਮਿੰਟ ਦੇ ਅਸੀਂ ਜਿਹੜੇ ਨੇ ਉਹ ਆਵਰਸ ਬਣਾ ਦਿੱਤੇ। ਇਹਨਾਂ ਨੂੰ ਜਿਹੜਾ ਹੈ ਤੁਸੀਂ ਪਲੱਸ ਕਰਕੇ ਤੇ ਇਹਦੀ ਜਿਹੜੀ ਹੈ ਤੁਸੀਂ ਉਹ ਕੈਲਕੂਲੇਸ਼ਨ ਕਰਨੀ ਹੈ ਤੇ ਉਹ ਸਾਡੇ ਕੋਲ ਜਿਹੜੀ ਹੈ ਐਵਰੇਜ ਵੈਲੋਸਿਟੀ ਆਏਗੀ। ਤੇ ਮੈਂ ਤੁਹਾਨੂੰ ਲਿਖ ਦੇਣਾ ਹੈ ਕਿ ਉਹਦੀ ਜਿਹੜੀ ਐਵਰੇਜ ਸਪੀਡ ਹੈ that is equal to, ਸੋਲਵ ਕਰਨ ਤੋਂ ਬਾਅਦ ਸਾਡੇ ਕੋਲ 5.625, it will be 5.625 ਸਾਡੇ ਕੋਲ ਆ ਜਾਏਗੀ ਕਿਲੋਮੀਟਰ ਪਰ ਆਵਰ। ਜਸਟ ਇਹਨੂੰ ਪਲੱਸ ਕਰੋ, 6 ਨੂੰ ਉੱਪਰ ਲੈ ਜਾਓ, ਕਟਿੰਗ ਕਰ ਲਓ। ਉਸ ਤੋਂ ਬਾਅਦ ਸਾਡੇ ਕੋਲ ਆ ਜਿਹੜਾ ਹੈ ਐਵਰੇਜ ਸਪੀਡ ਦਾ ਸਾਡਾ ਵੈਲਿਊ ਜਿਹੜੀ ਹੈ ਮੈਗਨੀਟਿਊਡ ਆ ਜਾਏਗਾ। ਨਾਓ ਸੈਕੰਡ ਕੀ ਹੈ? ਸਾਡੇ ਕੋਲ ਹੈ ਐਵਰੇਜ ਵੈਲੋਸਿਟੀ। ਇਹਦਾ ਨਿਕਾਲਣਾ ਹੈ ਅਸੀਂ ਮੈਗਨੀਟਿਊਡ, ਡਾਇਰੈਕਸ਼ਨ ਨਹੀਂ ਦੱਸਣੀ। ਉੱਪਰ ਕੀ ਆ ਜਾਏਗਾ ਸਾਡੇ ਕੋਲ? ਟੋਟਲ। ਨਾਓ ਟੋਟਲ ਆਏਗੀ डिस्प्लेसमेंट। ਨਾਓ ਪਲੀਜ਼ ਟੈਲ ਮੀ व्हाट विल बी द डिस्प्लेसमेंट। ਆਦਮੀ ਕਿੱਥੇ ਹੈ? ਐਚ ਤੇ ਕਿ ਹੋਮ ਤੇ ਕਿ ਵਿੱਚ ਕੋਈ ਅਸੀਂ ਪੁਆਇੰਟ ਸੀ ਮਾਰਕ ਕਰਤਾ। ਕਿੰਨੇ ਮਿੰਟ ਦੀ ਗੱਲ ਕਰ ਰਹੇ ਹਾਂ? 40 ਮਿੰਟ ਦੀ ਗੱਲ। 40 ਮਿੰਟ ਬਾਅਦ, ਪਹਿਲਾਂ 30 ਮਿੰਟ ਬਾਅਦ ਇੱਥੇ, ਅਗਲੇ 10 ਮਿੰਟ ਬਾਅਦ ਇੱਥੇ ਬਹਿ ਗਿਆ। ਤੇ ਡਿਸਪਲੇਸਮੈਂਟ ਕੀ ਹੁੰਦੀ ਹੈ? ਇਨੀਸ਼ੀਅਲ ਤੋਂ ਫਾਈਨਲ ਤੱਕ ਇਸ ਤਰ੍ਹਾਂ ਘੁੰਮ ਕੇ ਇੱਥੇ ਆ ਗਿਆ। ਇਹਦਾ ਮਤਲਬ ਡਿਸਪਲੇਸਮੈਂਟ ਸਿਰਫ ਉਹਦੀ ਕਿਹੜੀ ਹੈਗੀ ਆ? HC, that is the displacement। ਉਹ ਕਿਸ ਤਰ੍ਹਾਂ ਨਿਕਾਲੋਗੇ? ਟੋਟਲ ਦੇ ਵਿੱਚੋਂ 1 ਜਿਹੜਾ ਹੈ 25 ਨੂੰ ਵਿੱਚੋਂ ਅਸੀਂ ਮਾਈਨਸ ਕਰ ਦਾਂਗੇ ਤੇ ਸਾਡੇ ਕੋਲ ਰਹਿ ਕੀ ਗਿਆ? 2.5 minus 1.25। ਉਹ ਤੁਹਾਡਾ ਅਬ ਦੁਬਾਰਾ ਕਿੰਨਾ ਆ ਜਾਏਗਾ ਸਾਡੇ ਕੋਲ? ਮਾਈਨਸ ਕਰੋਗੇ ਤੇ 1.25 ਇੱਥੇ ਲਿਖ ਸਕਦੇ ਹਾਂ ਅਸੀਂ 1.25। ਇਹਦੀ ਕਟਿੰਗ ਕਰੋਗੇ, ਕਟਿੰਗ ਕਰਨ ਤੋਂ ਬਾਅਦ ਇਹਨੂੰ ਜਦੋਂ ਤੁਸੀਂ ਸੋਲਵ ਕਰੋਗੇ ਤੇ ਤੁਹਾਡੇ ਕੋਲ ਜਿਹੜਾ ਹੈ ਐਵਰੇਜ ਵੈਲੋਸਿਟੀ ਦੀ ਵੈਲਿਊ ਆਏਗੀ 1.975। 1.975। ਇਹ ਕੈਲਕੂਲੇਸ਼ਨ ਜਿਹੜੀ ਹੈ ਤੁਸੀਂ ਆਪ ਕਰਨੀ ਹੈ, ਨਾਲੇ ਤੁਹਾਡੀ ਪ੍ਰੈਕਟਿਸ ਹੋਏਗੀ। ਇਟ ਵਿਲ ਬੀ ਯੂਅਰ ਮੈਗਨੀਟਿਊਡ ਆਫ ਐਵਰੇਜ ਵੈਲੋਸਿਟੀ। ਆਈ ਥਿੰਕ ਕਿ ਤੁਹਾਨੂੰ ਇਹ ਨਿਊਮੈਰੀਕਲ ਜਿਹੜਾ ਕਲੀਅਰ ਹੋ ਗਿਆ। ਇਹਦੇ ਵਿੱਚ ਬੇਟਾ ਸਾਨੂੰ ਪਤਾ ਲੱਗਦਾ ਕਿ ਡਿਸਪਲੇਸਮੈਂਟ ਵੀ ਕਿਵੇਂ ਕੱਢਣੀ ਹੈ, डिस्टेंस टोटल किवें कढना है। डिस्प्लेसमेंट वास्ते एक चीज नोट कर लो, जिथे घूम फिर के आके बह जाए सिर्फ उही साडी डिस्प्लेसमेंट है। नाउ कम टू नेक्स्ट प्रॉब्लम। नाउ सैकंड न्यूमेरिकल साडे कोल की है, एक ट्रेन जिहड़ी है ट्रैवल कर रही है तो टोटल ट्रैक ओदा टोटल डिस्टेंस जिहड़ा है 60 किलोमीटर जाना है। मतलब ए स्टेशन तो उन्हें बी स्टेशन ते जाना है तो टोटल डिस्टेंस जिहड़ा है 60 किलोमीटर का है। उन्हें फर्स्ट 30 किलोमीटर कवर किया, पहला हाफ, क्योंकि टोटल 60 है। फर्स्ट जिहड़ा हाफ है 30 किलोमीटर विद यूनिफॉर्म स्पीड ऑफ 30 किलोमीटर पर आवर। उन्हें पहला जिहड़ा हाफ है इन्नी स्पीड नाल कवर किया। नाउ हाउ फास्ट it must move to travel the next 30। ਹੁਣ ਅਗਲਾ 30 ਜਿਹੜਾ ਹੈ ਕਿੰਨੀ ਸਪੀਡ ਨਾਲ ਮੂਵ ਕਰੇ ਤਾਂ ਜੋ ਸਾਡੀ ਐਵਰੇਜ ਜਿਹੜੀ ਸਪੀਡ ਹੈ ਉਹ 40 ਕਿਲੋਮੀਟਰ ਪਰ ਆ ਜੇ ਪੂਰੇ ਟ੍ਰਿਪ ਦੀ। ਨਾਓ ਇਸ ਪ੍ਰੋਬਲਮ ਨੂੰ ਅਸੀਂ ਇੱਕ ਡਾਇਗਰਾਮ ਦੇ ਰੂਪ ਚ ਪਹਿਲਾਂ ਰਿਪਰੈਜ਼ੈਂਟ ਕਰਾਂਗੇ। ਕੋਸ਼ਿਸ਼ ਕਰਨੀ ਹੈ ਹਮੇਸ਼ਾ ਜਦੋਂ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਏ ਪਹਿਲਾਂ ਇਹਨੂੰ ਇੱਕ ਡਾਇਗਰਾਮ ਦੇ ਵਿੱਚ ਰਿਪਰੈਜ਼ੈਂਟ ਕਰੋ। ਮੰਨ ਲਓ ਆ ਸਟੇਸ਼ਨ A
ਤੇ ਇੱਥੇ ਜਾਣਾ ਹੈ ਟ੍ਰੇਨ ਨੇ B ਤੇ ਇਹ ਟੋਟਲ ਸਾਡੇ ਕੋਲ ਜਿਹੜਾ ਹੈਗਾ ਹੈ this is 60 ਕਿਲੋਮੀਟਰ। ਨਾਓ ਇਹਦਾ ਹਾਫ ਕਰ ਲਿਆ, ਇਹ ਸਾਡੇ ਕੋਲ ਹੋ ਗਿਆ 30 ਕਿਲੋਮੀਟਰ ਤੇ ਨੈਕਸਟ ਵੀ ਸਾਡੇ ਕੋਲ ਕਿੰਨਾ ਹੈਗਾ ਹੈ 30 ਕਿਲੋਮੀਟਰ। ਜਿਹੜਾ ਫਸਟ ਹਾਫ ਹੈ ਉਹ ਉਹਨੇ ਕਿੰਨੀ ਸਪੀਡ ਦੇ ਨਾਲ ਜਿਹੜਾ ਹੈ ਉਹ ਕਵਰ ਕੀਤਾ ਸੀਗਾ, that is equal to ਉਸ ਸਪੀਡ ਦੀ ਵੈਲਿਊ ਸੀਗੀ ਸਾਡੀ 30 ਕਿਲੋਮੀਟਰ ਪਰ ਆਰ। ਜਿਹੜਾ ਪਹਿਲਾ ਜਿਹੜਾ ਹਾਫ ਸੀ ਮੰਨ ਲਓ C ਤੱਕ, ਆਹ ਵਾਲਾ ਜਿਹੜਾ ਡਿਸਟੈਂਸ ਹੈ ਉਹਨੇ 30 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਕਵਰ ਕੀਤਾ। ਨੈਕਸਟ ਜਿਹੜਾ ਡਿਸਟੈਂਸ ਹੈ ਉਹ ਕਿੰਨੀ ਸਪੀਡ ਨਾਲ ਕਵਰ ਕਰੇ, ਉਹ ਅਸੀਂ ਸਪੀਡ ਜਿਹੜੀ ਹੈ ਅਸੀਂ ਫਾਈਂਡ ਆਊਟ ਕਰਨੀ ਹੈ। ਨੈਕਸਟ ਜਿਹੜੀ ਸਪੀਡ, ਤਾਂ ਜੋ ਐਵਰੇਜ ਸਾਡੀ ਕਿੰਨੀ ਬਣ ਜੇ, ਐਵਰੇਜ ਸਾਡੀ ਜਿਹੜੀ ਹੈ that will be equal to 40 ਕਿਲੋਮੀਟਰ ਪਰ ਆਰ। ਨਾਓ ਇਹਨੂੰ ਜਿਹੜਾ ਹੈ ਅਸੀਂ ਸੋਲਵ ਕਰਦੇ ਹਾਂ। ਸੋਲਵ ਕਰਨ ਦਾ ਜਿਹੜਾ ਤਰੀਕਾ ਹੈ, ਟੋਟਲ ਡਿਸਟੈਂਸ ਪਹਿਲਾਂ ਦੇਖੋ। ਹਾਂਜੀ, ਸਾਡੇ ਕੋਲ ਜਿਹੜਾ ਹੈ ਟੋਟਲ ਡਿਸਟੈਂਸ ਕਵਰ ਕਿੰਨਾ ਹੋ ਗਿਆ, ਇਟ ਇਜ਼ 60 ਕਿਲੋਮੀਟਰ। ਆ ਤੇ ਟੋਟਲ ਆ ਗਿਆ, ਕਿਉਂ 60 30 ਪਲੱਸ 30। ਨਾਓ ਪਹਿਲਾ ਜਿਹੜਾ 30 ਵੈਲੋਸਿਟੀ ਕਿੰਨੀ ਹੈ, यानी कि वेलोसिटी लिख लो क्योंकि स्ट्रेट जा रहा है, या स्पीड लिख लेने हैं। स्पीड विद विच इट कवर, हाँ जी, स्पीड विद विच इट कवर फर्स्ट, पहला 30 किलोमीटर इन्हें कितनी स्पीड ना कवर किया, वो स्पीड हैगी है साडी 30 किलोमीटर पर आवर। देयरफॉर टाइम ਜਿਹੜਾ ਹੈ ਉਹਨੂੰ t1 ਕਹਿ ਦਿੰਦੇ ਆ। ਕਿੰਨਾ ਟਾਈਮ ਲੱਗਾ, ਟਾਈਮ ਦਾ ਫਾਰਮੂਲਾ ਸਾਡੇ ਕੋਲ ਕੀ ਹੁੰਦਾ ਹੈ, ਡਿਸਟੈਂਸ ਨੂੰ ਸਪੀਡ ਦੇ ਨਾਲ ਅਸੀਂ ਡਿਵਾਈਡ ਕਰਾਂਗੇ। ਡਿਸਟੈਂਸ ਕਿੰਨਾ ਹੈਗਾ ਸਾਡੇ ਕੋਲ 30 ਡਿਵਾਈਡਡ ਬਾय ਸਪੀਡ ਕਿੰਨੀ ਹੈ ਸਾਡੇ ਕੋਲ 30, ਇਹ ਕੱਟ ਕੇ ਸਾਡੇ ਕੋਲ ਜਿਹੜਾ ਹੈ 1 ਆਰ ਆ ਗਿਆ। ਇਹਦਾ ਮਤਲਬ ਪਹਿਲਾ ਜਿਹੜਾ ਹਾਫ ਸੀ, ਸਪੀਡ ਵਿਦ ਵਿਚ ਇਟ ਕਵਰਸ ਫਸਟ 30, ਉਹਦਾ ਟਾਈਮ ਆ ਗਿਆ 1 ਘੰਟਾ ਆ ਗਿਆ। ਨਾਓ ਨੈਕਸਟ ਵਾਲਾ ਜਿਹੜਾ ਅਸੀਂ ਹੁਣ ਉਹ ਲਿਖਾਂਗੇ, ਆਹ ਸਾਡਾ ਟੋਟਲ ਡਿਸਟੈਂਸ ਹੈ। ਨਾਓ ਇਸ ਤੋਂ ਬਾਅਦ ਅਸੀਂ ਲਿਖਾਂਗੇ ਲੈਟ ਦ ਸਪੀਡ ਵਿਦ ਵਿਚ ਇਟ ਕਵਰ ਨੈਕਸਟ 30 ਕਿਲੋਮੀਟਰ, ਉਹ ਮੰਨ ਲਓ ਸਪੀਡ ਸਾਡੀ ਜਿਹੜੀ ਕਹਿ ਦਿੱਤੀ ਅਸੀਂ v ਕਹਿ ਦਿੰਦੇ ਹਾਂ। this is the speed for next 30 ਕਿਲੋਮੀਟਰ। therefore ਸਾਡਾ ਜਿਹੜਾ ਟਾਈਮ ਟੇਕਨ ਜਿਹੜਾ ਲੱਗੇਗਾ ਇਹਨੂੰ ਅਸੀਂ t2 ਕਹਿ ਦਿੰਦੇ ਆ। ਉਹ ਕਿੰਨਾ ਆਏਗਾ, ਟਾਈਮ ਦਾ ਫਾਰਮੂਲਾ ਡਿਸਟੈਂਸ ਡਿਵਾਈਡਡ ਬਾय ਸਪੀਡ। ਇਹ ਸਾਡੇ ਕੋਲ ਡਿਸਟੈਂਸ ਓਵਰ ਸਪੀਡ, ਇਹ ਵਾਲੀ ਸਪੀਡ ਅਸੀਂ ਫਾਈਂਡ ਆਊਟ ਕਰਨੀ ਹੈ। ਨਾਓ ਇਸ ਤੋਂ ਬਾਅਦ ਜਿਹੜਾ ਹੈ ਸਾਨੂੰ ਗਿਵਨ ਕੀ ਹੈ, ਇਸ ਤੋਂ ਅੱਗੇ ਲਿਖਾਂਗੇ ਥੱਲੇ ਸਾਡੇ ਕੋਲ ਜਿਹੜੀ ਐਵਰੇਜ ਸਪੀਡ ਸਾਨੂੰ ਜਿਹੜੀ ਚਾਹੀਦੀ ਹੈ that is 40, ਐਵਰੇਜ ਸਪੀਡ ਹੈ ਸਾਡੇ ਕੋਲ 40 ਕਿਲੋਮੀਟਰ ਪਰ ਆਰ। ਇੰਨੀ ਸਪੀਡ ਸਾਨੂੰ ਚਾਹੀਦੀ ਹੈ। we know that, ਸਾਨੂੰ ਕੀ ਪਤਾ ਹੈ, ਅਸੀਂ ਹੁਣ ਇਹਦਾ ਫਾਰਮੂਲਾ ਲਗਾਵਾਂਗੇ। we know that ਐਵਰੇਜ ਜਿਹੜੀ ਸਪੀਡ ਹੈ ਉਹਦਾ ਫਾਰਮੂਲਾ ਕੀ ਹੁੰਦਾ ਹੈ, ਟੋਟਲ ਡਿਸਟੈਂਸ ਨੂੰ ਟੋਟਲ ਅਸੀਂ ਥੱਲੇ ਜਿਹੜਾ ਹੈ ਟਾਈਮ ਦੇ ਨਾਲ ਡਿਵਾਈਡ ਕਰ ਦਾਂਗੇ ਤੇ ਟੋਟਲ ਡਿਸਟੈਂਸ ਸਾਡਾ ਹੈਗਾ 60 ਤੇ ਟੋਟਲ ਟਾਈਮ ਕਿੱਥੋਂ ਨਿਕਾਲਾਂਗੇ, ਟੋਟਲ ਟਾਈਮ ਪਹਿਲਾ ਸੀਗਾ t1 ਪਲੱਸ ਸਾਡੇ ਕੋਲ ਆ ਜਾਏਗਾ t2, t1 ਦੇ ਵਿੱਚ ਅਸੀਂ t2 ਨੂੰ ਅਸੀਂ ਪਲੱਸ ਕਰ ਦਾਂਗੇ। ਨਾਓ ਇਟ ਵਿਲ ਬਿਕਮ ਐਵਰੇਜ ਸਪੀਡ ਦੀ ਵੈਲਿਊ ਆ ਗਈ ਸਾਡੀ 40, ਇਹ 40 ਆ ਗਈ ਇਹਦੀ ਜਗ੍ਹਾ ਤੇ, ਉੱਪਰ ਆ ਗਿਆ 60 ਡਿਵਾਈਡਡ ਬਾय 1 ਪਲੱਸ, ਕਿਉਂਕਿ ਪਹਿਲਾ ਟਾਈਮ ਇੱਕ 1 ਸੀ ਤੇ ਦੂਸਰਾ ਸਾਡਾ ਟਾਈਮ ਸੀਗਾ 30 ਓਵਰ v। ਨਾਓ ਆ 0 ਨਾਲ ਆ 0 ਸਾਡੀ ਪਹਿਲਾਂ ਕੈਨਸਲ ਹੋ ਗਈ। ਇਹਦਾ ਜਿਹੜਾ ਹੈ ਅਸੀਂ ਐਲਸੀਐਮ ਲਾਵਾਂਗੇ ਪਹਿਲਾਂ ਨੀਚੇ 6 ਡਿਵਾਈਡਡ ਬਾय v ਪਲੱਸ 30 ਓਵਰ v। ਇਹਦਾ ਅਸੀਂ ਐਲਸੀਐਮ ਲੈ ਲਿਆ, v ਉੱਪਰ ਚਲਾ ਗਿਆ। ਨਾਓ ਇਹਨੂੰ ਅਸੀਂ ਫਰਦਰ ਜਿਹੜਾ ਹੈ ਸੋਲਵ ਕਰਦੇ ਹਾਂ, v ਉੱਪਰ ਆ ਜਾਏਗਾ। ਨਾਓ 4
इक्वल टू 6v डिवाइडेड बाय v प्लस 30 इनू क्रॉस मल्टीप्लाई कर दो 4 मल्टीप्लाई v प्लस 30 इज इक्वल टू 6v नाउ 4v प्लस 4 3 ਦਾ 12 इज इक्वल टू 6v ਇਹਨੂੰ 4v ਨੂੰ ਉਧਰ ਲੈ ਜਾਂਦੇ ਆ ਨਾउ we get 120 is equal to 2v 120 2v ਦੇ ਇਕੁਅਲ ਆ ਗਿਆ ਤੇ v ਦੀ ਵੈਲਿਊ ਆ ਗਈ 120 ਨੂੰ 2 ਨਾਲ ਡਿਵਾਈਡ ਕੀਤਾ ਤੇ ਸਾਡੇ ਕੋਲ ਆ ਗਿਆ 60 ਇਹਦਾ ਮਤਲਬ 60 ਕਿਲੋਮੀਟਰ ਪਰ ਆਵਰ ਨੈਕਸਟ ਜਿਹੜਾ 30 ਕਿਲੋਮੀਟਰ ਹੋਏਗਾ ਉਹ ਸਾਨੂੰ 60 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਕਵਰ ਕਰਨਾ ਪਏਗਾ ਤਾਂ ਜੋ ਸਾਡੀ ਟੋਟਲ ਜਿਹੜੀ ਐਵਰੇਜ ਹੈ ਉਹ ਸਪੀਡ ਸਾਡੀ ਜਿਹੜੀ ਹੈ ਉਹ 40 ਜਿਹੜੀ ਉਹ ਬਣ ਜਾਏਗੀ ਆਈ ਥਿੰਕ ਕਿ ਤੁਹਾਨੂੰ ਇਹ ਦੋ ਨੂਮੈਰੀਕਲ ਜਿਹੜੇ ਨੇ ਕਲੀਅਰ ਹੋਏ ਇਸ ਤਰ੍ਹਾਂ ਆਪਣੀ ਬੁੱਕ ਦੇ ਵਿੱਚੋਂ ਨੂਮੈਰੀਕਲ ਵੱਧ ਤੋਂ ਵੱਧ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਫਿਜ਼ਿਕਸ ਜਿਹੜੀ ਹੈ ਕੱਲੀ ਥਿਊਰੀ ਨਹੀਂ ਹੈ ਜਿੰਨੀ ਦੇਰ ਤੱਕ ਸਾਨੂੰ ਨੂਮੈਰੀਕਲ ਸੋਲਵ ਕਰਨੇ ਨਹੀਂ ਆਉਂਦੇ ਓਨੀ ਦੇਰ ਤੱਕ ਸਾਡੀ ਜਿਹੜੀ ਨੌਲੇਜ ਹੈ ਉਹ ਅਧੂਰੀ ਰਹੇਗੀ ਥੈਂਕ ਯੂ